ਅੱਜ ਕੇਂਦਰੀ ਵਿੱਤ ਮੰਤਰੀ ਨੇ ਸਦਨ ਵਿੱਚ ਬਜਟ ਪੇਸ਼ ਕੀਤਾ ਗਿਆ। ਸਾਡੇ ਨਾਲ CII ਐਗਜ਼ੀਕਟਿਵ ਕੌਂਸਲ ਮੈਂਬਰ ਹੈਗੇ ਆ ਬਵਨੀਤ ਚੰਦੋਕ ਜੀ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ, ਤੁਹਾਡਾ ਫਸਟ ਰਿਐਕਸ਼ਨ ਕੀ ਹੈ ਇਸ ਬਜਟ ਨੂੰ ਲੈ ਕੇ? ਮੇਰੇ ਖਿਆਲ ਨਾਲ ਇਹ ਨਪਾ ਤੋਲਾ ਬਜਟ ਦਿੱਤਾ ਗਿਆ, ਇਹਦੇ 'ਚ ਕੋਈ ਡਾਊਟ ਨਹੀਂ ਕਿ ਇਲੈਕਸ਼ਨ ਈਅਰ ਵਾਲਾ ਬਜਟ ਸੀਗਾ। ਔਰ ਕਿਉਂਕਿ ਇਹ ਲਾਸਟ ਬਜਟ, ਇਹਦੇ ਬਾਅਦ ਇੰਟਰਿਮ ਬਜਟ ਆਏਗਾ ਇਲੈਕਸ਼ਨ ਤੋਂ ਪਹਿਲਾਂ, ਮਈ ਦੇ 2024 ਤੋਂ ਪਹਿਲਾਂ। ਸੋ ਇੱਕ ਉਹਨਾਂ ਨੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਸਾਰੇ ਸੈਕਟਰਾਂ ਨੂੰ ਇਨਕਮ ਟੈਕਸ ਦੇ ਵਿੱਚ। ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ। ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ। 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ। ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ। ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ। ਇਨਕਮ ਟੈਕਸ ਦੇ ਵਿੱਚ ਉਹਨਾਂ ਨੇ ਨਵੇਂ ਜਿਹੜੇ ਸਲੈਬਸ ਬਣਾਏ, 7 ਲੱਖ ਤੱਕ ਟੈਕਸ ਫਰੀ ਕਰਤਾ। ਪਰ ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਸਰਕਾਰ ਇਹ ਚਾਹੁੰਦੀ ਕਿ ਲੋਕੀ ਨਿਊ ਟੈਕਸ ਰਜੀਮ 'ਚ ਮੂਵ ਕਰ ਜਾਣ। ਸਰਕਾਰ ਦਾ ਗਲੋਬਲੀ ਇੱਕ ਅਸੂਲ ਬਣ ਗਿਆ ਕਿ ਦੋ ਬੰਦੇ ਜੇ ਸੇਮ ਇਨਕਮ ਕਮਾਉਂਦੇ ਨੇ ਤੇ ਸੇਮ ਟੈਕਸ ਦੇਣ। ਅੱਜ ਦੀ ਡੇਟ 'ਚ ਜੇ ਅਸੀਂ ਓਲਡ ਟੈਕਸ ਰਜੀਮ ਦੀ ਗੱਲ ਕਰੀਏ, ਉਹਦੇ ਅੰਦਰ ਇਨਕਮ ਟੈਕਸ ਦੀ ਇੰਨੀਆਂ ਡਿਡਕਸ਼ਨਸ ਹੈਗੀਆਂ ਕਿ ਦੋ ਬੰਦੇ ਸੇਮ ਇਨਕਮ ਨਾਲ ਡਿਫਰੈਂਟ ਟੈਕਸ ਦੇ ਰਹੇ ਹੁੰਦੇ। ਤਾਂ ਸਰਕਾਰ ਇਹ ਪੈਰਿਟੀ ਚਾਹੁੰਦੀ ਕਿ ਇਹ ਹੋਵੇ। ਦੂਜੀ ਚੀਜ਼ ਇਹਨਾਂ ਨੇ ਜੋ ਕੀਤੀ ਹੈ, ਸਟਾਰਟਅਪਸ ਨੂੰ ਪੁਸ਼ ਕਰਨ ਲਈ 1 ਸਾਲ ਦਾ ਡੇਟ ਆਫ ਇਨਕੋਪਰੇਸ਼ਨ ਨੂੰ ਐਕਸਟੈਂਡ ਕੀਤਾ ਹੈ ਔਰ ਲਾਸਿਸ ਦੀ ਜਿਹੜੇ ਐਕਸਟੈਂਸ਼ਨ 7 ਸਾਲ ਹੁੰਦੇ 10 ਸਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਲ ਸੇਵਿੰਗ ਦੇ ਸੀਨੀਅਰ ਸਿਟੀਜ਼ਨ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ 15 ਲੱਖ ਦਾ ਮੈਕਸਿਮਮ ਅਮਾਊਂਟ ਹੁੰਦਾ ਸੀ ਉਹਨੂੰ 30 ਲੱਖ ਕੀਤਾ ਹੈ। ਜਿਹੜੀ ਇੱਕ ਮਹਿਲਾ ਲਈ, ਲੇਡੀਜ਼ ਲਈ ਇੱਕ ਸਪੈਸ਼ਲ ਸਕੀਮ ਲਿਆਏ ਹੈ 2 ਸਾਲ ਲਈ 7.5% ਰੇਟ ਆਫ ਇੰਟਰਸਟ। 75 ਈਅਰਸ ਆਫ ਇੰਡੀਪੈਂਡੈਂਸ ਨਾਲ ਜਿਹੜਾ ਅੰਮ੍ਰਿਤ ਮਹੋਤਸਵ ਜਿਹੜਾ ਕਰ ਰਹੇ ਉਹਨੂੰ ਕਰਨ ਲਈ ਹੈਗਾ। ਔਰ ਮੈਨੂੰ ਐਗਰੀਕਲਚਰ ਦੇ ਵਿੱਚ ਥੋੜ੍ਹਾ ਜਿਹਾ ਲੱਗਿਆ ਕਿ ਇੰਨੀਆਂ ਚੀਜ਼ਾਂ ਐਡਰੈਸ ਨਹੀਂ ਕੀਤੀਆਂ ਗਈਆਂ। ਔਰ ਦੂਜਾ ਚੀਜ਼ ਜਿਹੜਾ ਮੈਨੂੰ ਲੱਗਿਆ, ਸਾਡੀ ਡਿਫੈਂਸ ਸਪੈਂਡਿੰਗ ਵਧਣੀ ਚਾਹੀਦੀ ਹੈ ਬਿਕੋਜ਼ ਸਾਨੂੰ ਅੱਜ ਅਟੈਕ ਚਾਈਨਾ ਪਾਕਿਸਤਾਨ ਤੋਂ ਵੀ ਹੈਗਾ। ਔਰ ਇਹ ਜਿਹੜੀ ਵਾਰਫੇਅਰ ਹੈ ਜ਼ਿਆਦਾ ਜ਼ਿਆਦਾ ਟੈਕਨੋਲੋਜੀ ਔਰ ਏਅਰ ਵਾਰਫੇਅਰ ਹੋ ਰਹੀ ਹੈ। ਮੇਰੇ ਖਿਆਲ ਡਿਫੈਂਸ ਬਜਟ ਨੂੰ ਸਾਨੂੰ ਕਾਫੀ ਦੇਣਾ ਚਾਹੀਦਾ ਸੀਗਾ। ਅਸੀਂ ਆਤਮ ਨਿਰਭਰਤਾ ਕਹਿ ਰਹੇ, ਬਟ ਪੁਆਇੰਟ ਇਹ ਹੈ ਸਾਡਾ LC ਦੇ ਅੰਦਰ ਇੰਜਨ ਜਿਹੜਾ ਉਹ GE ਦਾ ਲੱਗਿਆ ਹੋਇਆ ਹੈ। ਸੋ ਮੇਰੇ ਹਿਸਾਬ ਨਾਲ ਕੈਪੀਟਲ ਗੇਨਸ ਦੇ ਉੱਤੇ ਵੀ ਕੁਝ ਐਡਰੈਸ ਨਹੀਂ ਕੀਤਾ ਗਿਆ। ਕੁਝ ਚੀਜ਼ਾਂ 3 ਸਾਲ ਦੀਆਂ, ਰੀਅਲ ਏਸਟੇਟ 2 ਸਾਲ ਦੀ, ਅਨਲਿਸਟਡ ਸ਼ੇਅਰਸ 1 ਸਾਲ ਦੇ ਹੈ। ਰੇਟ ਕਿਸੇ ਦਾ 10 ਹੈ, ਕਿਸੇ ਦਾ ਇੰਡੈਕਸੇਸ਼ਨ ਦਾ 20% ਹੈ, ਕਿਸੇ ਦਾ ਨਹੀਂ ਹੈਗਾ। ਸੋ ਇਹ ਚੀਜ਼ ਮੇਰੇ ਖਿਆਲ ਨਾਲ ਮਿਸ ਆਊਟ ਹੋਈ। ਸਰ, ਐਕਸਪੋਰਟ ਦੇ ਲਈ ਵੀ ਤੁਹਾਨੂੰ ਲੱਗਦਾ ਵੀ ਕੁਝ ਕੀਤਾ ਜਾਣਾ ਚਾਹੀਦਾ ਸੀ, ਉਸ 'ਚ ਵੀ ਕੋਈ ਕਮੀ ਹੈ? ਹਾਂਜੀ, ਐਕਸਪੋਰਟਰਸ ਦਾ ਦੇਖੋ ਜੀ ਜ਼ਰੂਰ ਹੈਗਾ। ਕਸਟਮ ਡਿਊਟੀ ਦਾ ਤਾਂ ਇਹਨਾਂ ਨੇ ਗੱਲ ਤਾਂ ਕੀਤੀ ਹੈ, ਬਟ ਮੇਰੇ ਖਿਆਲ ਨਾਲ ਇਹਨਾਂ ਨੂੰ ਡੈਫੀਨੇਟਲੀ ਕਰਨਾ ਪਏਗਾ। ਔਰ ਸਰਕਾਰ ਦੀ ਜਿਹੜੀ ਇਹ ਡਿਲੇਡ ਪੇਮੈਂਟ ਚੱਲਦੀ ਹੈ, ਮੈਨੂੰ ਲੱਗਦਾ ਐਕਸਪੋਰਟਰ ਇਹਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਹੈ। ਜਾਂ ਸਰਕਾਰ ਇਹੋ ਜਿਹੀ ਰਜੀਮ ਕੱਢੇਗੀ ਅਸੀਂ 30 ਦਿਨ ਦੇ ਅੰਦਰ ਇਹ ਮਾਮਲਾ ਹੱਲ ਕਰਾਂਗੇ। ਇਹਦੇ ਉੱਤੇ ਕੋਈ ਗੱਲ ਨਹੀਂ ਹੋਈ। ਐਟਲੀਸਟ ਮੈਨੂੰ ਤਾਂ ਬਜਟ ਨਹੀਂ ਦੀ ਕਿ ਕੋਈ ਫਾਈਨਲ ਪ੍ਰਿੰਟ 'ਚ ਗੱਲ ਹੈ ਤਾਂ ਮੈਂ ਕਹਿ ਨਹੀਂ ਸਕਦਾ, ਬਟ ਇਹਦੇ ਉੱਤੇ ਗੱਲ ਕੀਤੀ ਜਾਣੀ ਚਾਹੀਦੀ ਸੀ। ਜੇ ਅੱਜ ਅਸੀਂ ਗੱਲ ਕਰਾਂ, ਅਸੀਂ ਆਤਮ ਨਿਰਭਰ ਬਣਨਾ ਹੈ ਔਰ ਅਸੀਂ ਨੈਟ ਐਕਸਪੋਰਟ ਇਕੋਨਮੀ ਬਣਨ ਦੀ ਕੋਸ਼ਿਸ਼ ਕਰਨੀ ਹੈ। ਤੇ ਸਾਨੂੰ ਜਦ ਤੱਕ ਅਸੀਂ ਐਕਸਪੋਰਟਰਸ ਨੂੰ ਇਹ ਇਨਸੈਂਟਿਵ ਨਹੀਂ ਦੇਵਾਂਗੇ ਤਾਂ ਉਹ ਅੱਗੇ ਨਹੀਂ ਆਣਗੇ। ਔਰ ਇਨਾਂ ਵੇ ਅਸੀਂ ਇਹ ਵੀ ਪੁਸ਼ ਕਰ ਰਹੇ ਜਿਹੜੀ ਬਾਹਰ ਦੀ ਕੰਪਨੀਜ਼ ਉਹ ਇੰਡੀਆ ਆ ਕੇ ਸੈਟਅਪ ਕਰਨ ਆਪਣਾ ਬੇਸ, ਚਾਹੇ ਪਲੇਨ ਲਈ ਹੋਏ ਜਾਂ ਡਿਫੈਂਸ ਲਈ ਹੋਏ ਜਾਂ ਮੈਨੂਫੈਕਚਰਿੰਗ ਲਈ ਹੋਏ ਜਾਂ ਜਿਵੇਂ ਮੋਬਾਈਲ ਯੂਨਿਟਸ ਲਈ ਹੁੰਦਾ। ਪਰ ਉਹਨਾਂ ਨੂੰ ਇਨਸੈਂਟਿਵ ਦਿਓਗੇ ਤਦ ਹੀ ਉਹ ਕਰਨਗੇ, ਨਹੀਂ ਤਾਂ ਉਹ ਥਾਈਲੈਂਡ ਜਾਂ ਹੋਰ ਜਿਹੜੀਆਂ ਸਾਊਥ ਈਸਟ ਏਸ਼ੀਅਨ ਕੰਟਰੀ ਉੱਥੇ ਜਾ ਕੇ ਕਰ ਲੈਣਗੀਆਂ। ਸਰ, ਆਪਾਂ ਇਹ ਕਹਿ ਸਕਦੇ ਹਾਂ 24 'ਚ ਇਲੈਕਸ਼ਨ ਹੈਗੇ ਆ ਲੋਕ ਸਭਾ ਦੇ, ਵੀ ਇਹ ਇਲੈਕਸ਼ਨ 'ਚ ਹਰ ਇੱਕ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ? ਬਿਲਕੁਲ ਜੀ, ਬਿਲਕੁਲ। ਇਹ ਉੱਤੇ ਤੋਂ ਲੈ ਕੇ ਥੱਲੇ ਤੱਕ ਤਬਕੇ ਤੋਂ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਨਰਲੀ ਕਾਂਗਰਸ ਨੂੰ ਕਹਿੰਦੇ ਕਿ ਵੀ ਜ਼ਿਆਦਾ ਸਰਵਿਸ ਕਲਾਸ ਨੂੰ ਖੁਸ਼ ਕਰਦੀ ਹੈ ਔਰ BJP ਜਿਹੜਾ ਬਿਜ਼ਨਸਮੈਨ ਨੂੰ ਕਰਦੀ। ਪਰ ਮੇਰੇ ਖਿਆਲ BJP ਨੇ ਅਟੈਂਪਟ ਕੀਤਾ ਹੈ ਕਿ ਪੂਰਾ ਜਿਹੜਾ ਤੁਹਾਡਾ ਉੱਤੇ ਤੋਂ ਲੈ ਕੇ ਥੱਲੇ ਦਾ ਤਬਕਾ ਹੁੰਦਾ ਹੈ ਇਹਦੇ ਅੰਦਰ ਇਹ ਕੀਤਾ ਜਾਵੇ ਕਿ ਸਭ ਨੂੰ ਖੁਸ਼ ਕੀਤਾ ਜਾਵੇ। ਪਰ ਮੇਰੇ ਖਿਆਲ ਮਨਰੇਗਾ ਦੀ ਅਲਾਟਮੈਂਟ ਹਾਲੇ ਵੀ ਬਹੁਤ ਘੱਟ ਹੈ। ਜਿਹੜਾ ਸਾਡਾ ਪੂਅਰ ਲੋਕੀ ਜਿਹੜੇ ਅਸੀਂ ਕਹਿੰਦੇ ਪੋਵਰਟੀ ਐਲੀਵੇਸ਼ਨ ਅਸੀਂ ਕਰਨੀ ਹੈ, ਅੰਡਰ ਪੋਵਰਟੀ ਲਾਈਨ ਜਿਹੜਾ ਲੋਕੀ ਹੈ, ਬਿਲੋ ਪੋਵਰਟੀ ਲਾਈਨ ਸੌਰੀ, ਉਹਦੇ ਉੱਤੇ ਇਹਨਾਂ ਨੇ ਮੈਨੂੰ ਕੋਈ ਸਟ੍ਰੈਸ ਦਿਖਿਆ ਨਹੀਂ। ਔਰ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਪ੍ਰੋਪਰ ਯੂਟਿਲਾਈਜੇਸ਼ਨ ਹੋ ਰਹੀ ਮਨਰੇਗਾ ਦੇ ਫੰਡਸ ਦੀ। ਚਲੋ, ਥੈਂਕ ਯੂ ਸਰ। ਥੈਂਕ ਯੂ। ਇਹ ਸੀਗੇ
ਬਵਨੀਤ ਚੰਦੋਕ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਚੁਣਾਵੀ ਵਰਸ਼ ਹੈਗਾ 24 ਦੇ ਸ਼ੁਰੂ ਵਿੱਚ ਲੋਕ ਸਭਾ ਦਾ ਚੁਣਾਵ ਹੈ ਗਿਆ, ਜਿਸ ਕਰਕੇ ਇਸ ਬਜਟ ਵਿੱਚ ਮਤਲਬ ਹਰ ਇੱਕ ਵਰਗ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਹਰ ਇੱਕ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਸੇ ਕਰਕੇ ਇਸ ਬਜਟ ਵਿੱਚ ਬਹੁਤ ਸੀਆਂ ਜਿਹੜੀਆਂ ਰਾਇਤਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਗਈਆਂ। ਮੈਂ ਦਿਨੇਸ਼ ਕੋਲ, ਕੈਮਰਾਮੈਨ ਉਮਾ ਯਾਦ ਦੇ ਨਾਲ, ਥੈਂਕਸ ਫॉर ਟੀਵੀ ਲਈ, ਚੰਡੀਗੜ੍ਹ ਤੋਂ।